ਇਹਨੇ ਚੁੱਪ ਰਹਿਣਾ ਹੁੰਦਾ, ਦੁੱਖ ਸਹਿਣੇ ਹੁੰਦੇ ਆ, ਹੋਰ ਕੁਛ ਨਹੀਂ ਕਰਨਾ ਹੁੰਦਾ। ਜ਼ਾਲਮ ਜ਼ੁल्म ਕਰਨ ਤੋਂ ਬਾਅਦ नहीं आता। बाबा जी ये इन इन फकीरों ने ठेका लिया हुआ है खामोश रहने का। हाँ जी, ये सबक अब कोई बंदा जो इनके साथ जुल्म करे तो कम से कम उसके जुल्म का जवाब तो नहीं ना दे सकते। पिछों सबक मालक ने सबक पढ़ाया नहीं होंदा। मालक सबक यही होता भी खामोशी ना कुत्ता भाव छड़ के चल जाओ। कुत्ते ने भौंकना फकीर की रोज तो फर्क नहीं पैंदा। अगर उसे तुम दुखी कर छड़ के चल जाओ, उसे परेशान कर छड़ो के चल जाओ। ਇਹਦਾ ਸਫ਼ਰ ਇਦਾਂ ਹੀ ਪੂਰਾ ਹੋ ਜਾਂਦਾ। ਮਿੱਠਾ ਨਾ ਬਣੋ ਕਿ ਲੋਕੀ ਤੁਹਾਨੂੰ ਖਾ ਜਾਣ। ਦਰੁਸਤ ਆ ਤੇ ਇਤਨੇ ਜਿਹੜਾ ਹੈ ਨਾ ਜੀ ਸਾਡਾ ਇਹ ਸਬਕ ਨਹੀਂ ਨਾ ਹੁੰਦਾ ਜੀ। ਅਸੀਂ ਜਿਹਨਾਂ ਲੋਕਾਂ ਦੇ ਮਾਨੀ ਹੁੰਦੇ ਆ ਨਾ, ਉਹਨਾਂ ਨੇ ਸਬਰ ਦੀ ਇੰਤਹਾ ਕਰ ਦਿੱਤੀ। ਅਗਰ ਜ਼ਾਲਮਾਂ ਨੇ ਉਹਨਾਂ ਨੂੰ ਕੁਝ ਕਿਹਾ ਤੇ ਉਹਨਾਂ ਨੇ ਕਿਸੇ ਨੂੰ ਵੀ ਬਦਦੁਆ ਨਹੀਂ ਦਿੱਤੀ, ਨਹੀਂ ਮਰਨਾ ਚਾਹੁੰਦੇ ਤੇ ਕਿਹੜਾ ਕੰਮ ਨਹੀਂ ਸੀ ਹੋ ਸਕਦਾ, ਹਰ ਕੰਮ ਹੋ ਸਕਦਾ ਸੀ, ਲੇਕਿਨ ਉਹਨੇ ਕਿਸੇ ਨੂੰ ਕੁਝ ਨਹੀਂ ਕਿਹਾ। ਉਹਨਾਂ ਦੀ ਸਮਾਨੀ ਉਮਰ ਚ ਚੱਲਣਾ ਤੇ ਫਿਰ ਕਿਸੇ ਨੂੰ ਕੁਝ ਨਹੀਂ ਕਹਿ ਸਕਦੇ। ਇਨਸਾਨ ਤੇ ਬੜੀ ਜ਼ਰੂਰ ਦੀ ਗੱਲ ਆ, ਜਾਨਵਰ ਨੂੰ ਵੀ ਨਹੀਂ ਮਾਰ ਸਕਦੇ। ਇਹ ਬਹੁਤ ਔਖੀ ਕਾਰ। ये मतलब है कि इस लाइन के अंदर जब होता है बंदा तो ये यूं समझ लें कि जानवर को ऐसा जानवर जिसके मारने की इजाजत दी गई, मसलन सांप है, बिच्छू है। नहीं नहीं, ਕਿਸੇ ਨੂੰ ਮਾਰਨ ਦੀ ਇਜਾਜ਼ਤ ਨਹੀਂ ਹੈਗੀ ਜਦੋਂ ਤੱਕ ਤੁਹਾਨੂੰ ਕੁਝ ਨਹੀਂ ਕਹਿੰਦਾ। ਜੇ ਤੁਹਾਨੂੰ ਉਹਨੇ ਕੁਝ ਕਹਿਣਾ ਨਾ, ਫੇਰ ਉਹਨੂੰ ਦਬਕੋ ਨਹੀਂ ਮੁੜਦਾ ਤੇ ਫੇਰ ਭੜਕਾ ਦਿਓ। ਲੇਕਿਨ ਉਹ ਕੁਝ ਨਹੀਂ ਕਹਿੰਦੇ, ਉਹ ਆਪਣੀ ਜਾਨ ਬਚਾਉਣ ਲਈ ਗਰੀਬ ਭਾਈਦਾ ਵਾ ਕਿ ਕਿਤੇ ਮੈਨੂੰ ਮਾਰ ਨਾ ਦੇਣ। अच्छा, ये आप कह रहे थे जी कि 20-25 साल से आपने गोश्त नहीं खाया, तो ये मतलब आपको मना कर दिया गया तो फिर आप मना हो गए कि जी आप गोश्त नहीं ਨਹੀਂ ਨਹੀਂ, ਜਦੋਂ ਤੁਸੀਂ ਮਾਲਕ ਦੀ ਗੱਲ ਮੰਨਣੀ ਆ, जी जी ਜਦੋਂ ਉਹਨਾਂ ਨੇ ਕਿਹਾ ਵੀ ਆਹ ਕੰਮ ਕਰਨਾ ਵਾ, ਜੇ ਮੰਨੀ ਨਾ ਤੇ ਉਹਨਾਂ ਕੋਲ ਜਾਣ ਦਾ ਮਕਸਦ ਸਾਡਾ ਉਹਨਾਂ ਦੀ ਗੱਲ ਮੰਨਣੀ ਆ। ਮੰਨਣ ਦੇ ਵਿੱਚ ਜਿਹੜੇ ਜਿਹੜੇ ਹੁਕਮ ਮਾਲਕ ਦਿੰਦੇ ਆ ਵੀ ਆਹ ਕੰਮ ਨਹੀਂ ਕਰਨਾ, ਆਹ ਨਹੀਂ ਕਰਨਾ, ਆਹ ਨਹੀਂ ਕਰਨਾ, ਤੇ ਫਿਰ ਉਹ ਨਹੀਂ ਕਰ ਰਹੇ ਹੁੰਦੇ। ਅਗਰ ਕਰ ਰਹੇ ਆ ਤੁਸੀਂ ਤੇ ਫਿਰ ਆਪਣੇ ਉਹਨਾਂ ਕੋਲ ਜਾਣ ਦਾ ਤੁਹਾਡਾ ਮਕਸਦ ਕੋਈ ਨਹੀਂ, ਫਿਰ ਤੁਸੀਂ ਉਹਨਾਂ ਦੀ ਕਾਹਦੀ ਮੰਨੀ। ਤੁਸੀਂ ਦੱਸ ਰਹੇ ਸੀ ਨਾ ਕਿ ਗੋਸ਼ਤ ਵੀ ਨਹੀਂ ਖਾਂਦੇ ਤੇ ਫਲ ਵੀ ਕੋਈ ਕਿੰਨੂ ਤੇ ਅੰਬ ਨਹੀਂ ਖਾਂਦੇ। ਕਿੰਨੂ ਤੇ ਅੰਬ ਨਹੀਂ ਖਾਂਦੇ, ਯਾਨੀ ਇਹ ਫਿਰ ਤੁਸੀਂ ਬਿਲਕੁਲ ਅਗਰ ਤੁਹਾਨੂੰ ਕੋਈ ਕਿਸੇ ਚੱਕਰ ਨਾਲ ਕੋਈ ਖਵਾ ਦੇਵੇ ਤੇ ਫਿਰ ਤੁਸੀਂ ਕੀ ਕਰੋਗੇ? ਨਹੀਂ ਜੀ, ਇਹ ਚੱਕਰ ਨਾਲ ਸਾਨੂੰ ਕਿੱਦਾਂ ਖਵਾ ਸਕਦਾ ਉਹ। ਮਜਬੂਰੀ ਦੀ ਹਾਲਤ ਦੇ ਵਿੱਚ ਕਹਿ ਲਓ ਵੀ ਅਗਰ ਨਵਾਲਾ ਲੈ ਲਾਂਗੇ, ਨਹੀਂ ਗੋਸ਼ਤ ਵਾਸਾ ਲੱਗਦੇ ਨੂੰ ਕਹਿੰਦੇ ਮਜਬੂਰੀ ਦੀ ਹਾਲਤ ਦੇ ਵਿੱਚ ਅਗਰ ਤੁਸੀਂ ਬੁਰਕੀ ਲਾ ਲਓਗੇ ਤੇ ਉਹ ਤਾਂ ਮਲਾਲ ਨਹੀਂ ਹੈਗਾ, ਮਜਬੂਰੀ ਦੀ ਹਾਲਤ। ਵਰਨਾ ਆਪਣੇ ਦੀਦਾ ਦੇ ਇਸ਼ਤਾ ਤੁਸੀਂ ਕਹੋ ਕੁਝ ਵੀ ਤੁਸੀਂ ਕਰ ਲੋਗੇ ਤਾਂ ਨਹੀਂ ਕਰਨਾ ਹੁੰਦਾ। ਨਫਸ ਦੀ ਖਾਹਿਸ਼ ਦੇ ਮੁਤਾਬਿਕ ਨਹੀਂ ਨਾ, ਤੁਸੀਂ ਕਲਾਮ ਜਿਸ ਵੇਲੇ ਮੀਆਂ ਸਾਹਿਬ ਦਾ ਇਹ ਕਲਾਮ ਪੜ੍ਹੋਗੇ ਨਾ, ਉਹਦੇ ਵਿੱਚ ਸਭ ਕੁਝ ਦੱਸਿਆ ਹੋਇਆ ਵਾ, ਲੇਕਿਨ ਉਹ ਹੈਗੀ ਮਾਰਫਤ ਤੁਹਾਡੀ ਸਮਝ ਚ ਨਹੀਂ ਗੱਲ ਆਉਂਦੀ। ਉਹ ਫਿਰ ਇਹ ਪਰ ਗੱਲ ਸਮਝਾ ਦਿੰਦਾ ਵੀ ਆਹ ਮਾਰਫਤ ਹੈ, ਇਹਦਾ ਮਤਲਬ ਆ, ਆਹ ਮਾਰਫਤ ਹੈ, ਇਹਦਾ ਮਤਲਬ ਆ। ਅਗਰ ਉਹ ਗੁੰਝਲਾ ਖੋਲੀਏ ਤੇ ਅੱਗੇ ਸਾਡੇ ਬਹੁਤ ਦੁਸ਼ਮਣ ਹੋਰ ਦੁਸ਼ਮਣ ਬਣ ਜਾਣਗੇ। बाबा जी अब मैं तो मतलब ये ना हमारी किसी के साथ दुश्मनी है, ना कोई रोला, ना कोई ऐसा मसला है। हम तो सिर्फ ये चाहते हैं जी कि लोगों तक जो है ना जी फकीर दरवेश की जो है ना जी असल जो हकीकी बात है वो ਨਾ सब ਨਾ पहुंचे। ਨਾ 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 ਨਾ, ਅਸਲ ਹਕੀਕਤ ਇਹਨਾਂ ਨੂੰ ਦੱਸਣੀ ਨਹੀਂ ਹੁੰਦੀ ਜੀ। नहीं अब देखे ना जी मियां मोहम्मद बख्श साहब खड़ी शरीफ वाले हैं, उन्होंने कलाम लिखा है, शोरा आफाक है, लेकिन लोगों तक वो बात पहुंची। ਲੇਕਿन ਮਾਰਫਤ ਆ ਨਾ, हुजूर सुल्तानुल आरिफीन ने कलाम लिखा है, सब लोगों तक वो पहुंचा। ਮਾਰਫਤ ਆ, ਤੁਹਾਨੂੰ ਇਹ ਸਮਝ ਨਹੀਂ ਆਉਂਦੀ। अब उनका एक शेर है जी के नीचा दी अशनाई कोलों फैज किसे नहीं ਕਿਸੇ ਨੇ पाया, ਪਾਇਆ। किकर ते अंगूर चढ़ाया ते हर गुच्छा। ਹੁਣ ਤੁਹਾਨੂੰ ਇਹਦੇ ਮਤਲਬ ਦਾ ਨਹੀਂ ਪਤਾ, ਅਗਰ ਮਤਲਬ ਦੱਸੀਏ ਤੇ ਡਾਂਗਾ ਚੁੱਕੇ ਹੁਣੀ ਲੋਕਾਂ ਦੇ ਆਏ। नहीं मतलब इसको आप थोड़ी सी इसकी वजाहत करें ना। नहीं ना, वजाहत नहीं कर सकते। नहीं मतलब जो सादे अल्फाज में हमें तो ये समझ आ रही है जी कि जो घटिया सोच के मालिक लोग होते हैं। नहीं इदां नहीं, जद तुहाडा अपने कैमरा होवे ना बंद ਤੇ ਆਹ ਇਦਾਂ ਦੀਆਂ ਗੱਲਾਂ ਸਾਨੂੰ ਉਦੋਂ ਪੁੱਛੋ, ਤੁਹਾਨੂੰ ਸਾਰੀਆਂ ਆਪਣੇ ਗੁੰਝਲਾਂ ਖੋਲ ਦੇਵਾਂਗੇ, ਦੁਬਾਰਾ ਸਮਝਾ ਦੇਵਾਂਗੇ ਵੀ ਕੀ ਕਿਹਾ ਉਹਨਾਂ ਨੇ।
ਏਦਾਂ ਔਨ ਕੈਮਰੇ ਵਿੱਚ ਤੇ ਉਹਨਾਂ ਤੱਕ ਹਰ ਤੱਕ ਗੱਲ ਪਹੁੰਚ ਜਾਂਦੀ ਆ, ਤੇ ਅੱਗੇ ਕਹਿ ਲਓ ਵੀ ਦੁਸ਼ਮਣ ਆ ਸਾਡੇ सही है। ਸਾਡੇ ਕੋਲ ਜ਼ੁਲਫਕਾਰ ਹੁੰਦੀ ਆ ਨਾ, ਲੈ ਕੇ ਚੱਲੀਦਾ, ਤੇ ਆਹ ਤੇ ਮਾਲਕਾਂ ਦਾ ਸੀ ਵੀ ਤੁਹਾਡੇ ਦੁਸ਼ਮਣ ਸਾਰੇ ਬਚ ਕੇ ਚੱਲੋ ਇਹਨਾਂ ਕੋਲੋਂ, ਨੀਵੇਂ ਹੋ ਕੇ ਲੰਘ ਜਾਓ। सुभान अल्लाह, सुभान ਇਹਨਾਂ ਕੋਲ ਜਿੰਨਾ ਬਚ ਕੇ ਚੱਲਾਂਗੇ ਉਹਨਾਂ ਬਿਹਤਰ ਆ। ਇਹਨਾਂ ਨੇ ਇਹ ਨੀ ਛੱਡਦੇ ਕਿਸੇ ਨੂੰ। ਸ਼ਾਹ ਮਨਸੂਰ ਨੇ ਸੱਚ ਬੋਲਿਆ, जी, जी, बिल्कुल। ਕੀ ਹਾਲ ਕੀਤਾ ਇਹਨਾਂ ਨੇ। ਇਹ ਤੇ ਜਿਹੜਾ ਆਪਣੇ ਕੁਝ ਕਰਕੇ ਦਿਖਾਵੇ, ਜਿਹਨਾਂ ਨੇ ਮੁਰਦੇ ਜ਼ਿੰਦਾ ਕੀਤੇ, ਲੂਲੇ ਲੰਗੜੇ ਅੰਨੇ ਠੀਕ ਕੀਤੇ, ਉਹਨਾਂ ਨੂੰ ਸੂਲੀ ਚਾੜਤਾ, ਤੁਹਾਡਾ ਕੀ ਹਾਲ ਕਰਨਗੇ। ਇਹਨਾਂ ਕਿਸੇ ਨਵੇਂ ਪੈਗੰਬਰ ਨਾਲ ਘੱਟ ਕੀਤੀ ਹੋਵੇ, ਦੋ ਲੱਤਾਂ ਵਾਲੇ ਨੇ, जी, जी, बिल्कुल। ਇਹਨਾਂ ਕਿਸੇ ਨਾਲ ਘੱਟ ਨਹੀਂ ਕੀਤੀ। वो ਰੱਬ तो वो तो कुरान में भी वाज़े तौर पर मौजूद है ना कि वो नाहक अंबिया को कत्ल करते थे। ਇਹ ਆਪਣੇ ਮੁਫਾਦ ਦੀ ਖਾਤਰ ਇਹਨਾਂ ਦੀ ਮੰਨੋ, ਫਿਰ ਠੀਕ ਆ। ਇਹਨਾਂ ਦੀ ਮੰਨੋ ਨਾ, ਫਿਰ ਠੀਕ ਆ। ਜਿਹੜੇ ਪਾਸੇ ਨੂੰ ਜਾਣਾ ਵਾ ਨਾ, ਉਧਰ ਨੂੰ ਜਾਂਦੇ ਨਹੀਂ ਹੈਗੇ, ਜਿੱਧਰ ਨਹੀਂ ਜਾਣਾ ਉਧਰ ਨੂੰ ਭੱਜੇ ਜਾਂਦੇ ਆ। यानी इसमें अक्सरियत है जी नफ्स की पुजारी ते जेड़ा नफ्स दा पुजारी है उस वो अपनी गल मनांदा है। ਉਹਨੇ ਆਪਣੀ ਬਣਾਉਣੀ ਆ। ਉਹ ਕਹਿੰਦਾ ਕਿ ਮੇਰੀ ਮੰਨੋ ਅਗਰ ਇੱਥੇ ਰਹਿਣਾ ਵਾ, ਤੇ ਅਗਰ ਤੁਸੀਂ ਮੇਰੀ ਨਹੀਂ ਮੰਨਣੀ ਤੇ ਫਿਰ ਆਪਣੀ ਜੁਲੀ ਪਿੱਛਾ ਚੁੱਕੋ ਤੇ ਚਲੋ ਅੱਗੇ, ਇੱਥੇ ਤੁਸੀਂ ਰਹਿ ਨਹੀਂ ਸਕਦੇ। ਤੁਸੀਂ ਕਿੰਨੇ ਅਗਰੀ ਮੰਨੋਗੇ, ਕਿਹਦੀ ਮੰਨੋਗੇ। ਫਿਰ ਉਹ ਜਿਹੜੀ ਮਨਾਉਂਦੇ ਆ ਨਾ, ਤੁਹਾਨੂੰ ਰਹਿਬਰ ਨੇ ਉਹ ਬੰਦ ਕੀਤੀ ਹੁੰਦੀ ਵੀ ਆਹ ਕੰਮ ਨਹੀਂ ਤੁਸੀਂ ਕਰ ਸਕਦੇ, ਲੇਕਿਨ ਇਹਨਾਂ ਨੇ ਆਪਣੀ ਮਨਾਉਣੀ ਹੁੰਦੀ ਆ। ਚਿਕੜ ਚੋਰੀ ਜਿੰਨੇ ਵੀ ਆ ਨਾ, ਉਹਨਾਂ ਤੋਂ ਪਿੰਡ ਵਾਲੇ ਡਰਦੇ ਆ, ਲੋਕੀ ਡਰਦੇ ਵੀ ਆਪਣੇ ਮਤਲਬ ਗੰਦ 'ਚ ਰੋੜਾ ਮਾਰੇ ਛਿੱਟੇ ਆਪਣੇ ਤੇ ਪੈਣੇ ਆ। ਉਹ ਲੋਕ ਬਚਦੇ ਵੀ ਇਹਨਾਂ ਨੂੰ ਨਾ ਛੇੜੋ, ਇਹਨਾਂ ਨੇ ਆ ਜਾ ਕੇ ਆਪਣੇ ਤੰਗ ਕਰਨਾ, ਫੈਰ ਮਾਰ ਕੇ ਕਿਸੇ ਨਾ ਕਿਸੇ ਅਡਾਉਣੀ ਫਸਾ ਕੇ ਆਪਣੇ ਜੇਲ੍ਹ ਭੇਜ ਦੇਣਗੇ। ਇੰਤਹਾ ਬੇਗੁਨਾਹ ਨਾਲ ਢੱਕੇ ਹੋਏ ਆ। ਜਿਹੜਾ ਜੁਰਮ ਕਰਦਾ ਉਹ ਪੈਸੇ ਦੇ ਕੇ ਸਿਫਾਰਿਸ਼ ਨਾਲ ਬਚ ਜਾਂਦਾ ਵਾ, ਤਲਕ ਦੇ ਨਾਲ। ਜੇ ਤਕਰੀਰ ਦੀ ਸਿਫਾਰਿਸ਼ ਕੋਈ ਨਹੀਂ ਹੁੰਦੀ, ਉਹਨੂੰ ਅੱਗੇ ਭੇਜ ਦਿੰਦੇ ਆ। ਉਹਦੀ ਕੋਈ ਨਹੀਂ ਕਿਤੇ ਵੀ ਸੁਣਦਾ ਵੀ ਕਿਤੇ ਉਹਦੀ ਕੋਈ ਸੁਣ ਲਵੇ। ਦੁਨੀਆ ਦਾ ਜ਼ਾਲਮ ਦੁਨੀਆਦਾਰ, ਮਤਲਬ ਹੋਵੇ ਤੇ ਪਿਆਰ ਵੀ ਕਰਦੇ। हाँ जी, जालिम दुनिया। ਇਹ ਤਾਂ ਸਦੀਆਂ ਹੋ ਚਲੀਆਂ, ਆਪਣੇ ਮਾਰਫਤ ਦੇ ਵਿੱਚ ਉਹਨਾਂ ਨੇ ਬਹੁਤ ਕੁਛ ਇਹਨਾਂ ਨੂੰ ਕਿਹਾ, ਲੇਕਿਨ ਇਹ ਨਹੀਂ ਸਮਝਦੇ ਤੇ ਨਾ ਇਹਨਾਂ ਸਮਝਣਾ ਵਾ। 1,24,000 ਪੈਗੰਬਰ ਆਏ ਇਹਨਾਂ ਨੂੰ ਸਮਝਾਉਣ ਲਈ, ਇਹ ਨਹੀਂ ਸਮਝੇ। ਇਹ ਸਮਝਣਾ ਚਾਹੁੰਦੇ ਨਹੀਂ ਹੈਗੇ। ਜਿਹੜੇ ਸਮਝਣਾ ਚਾਹੁੰਦੇ ਆ ਨਾ, ਉਹਨਾਂ ਨੂੰ ਮਾਲਕ ਹਦਾਇਤ ਦੇ ਦਿੰਦਾ, ਫਿਰ ਉਹਦੀ ਰਾਹ ਚੱਲ ਪੈਂਦੀ ਦੁਨੀਆ ਉਹਨਾਂ ਲਈ ਤੰਗ ਹੋ ਜਾਂਦੀ ਹੈ। बाबा जी जेड़ा बंदा इश्क च आ जांदा है ते इश्क दे विच हर चीज फिर वो सह नहीं जांदा, हर चीज बर्दाश्त ਨਹੀਂ, करदा। ਬਰਦਾਸ਼ਤ ਕਰਨੀ ਪੈਂਦੀ। ਅਗਰ ਨਾ ਕਰੇਗਾ ਤੇ ਇਹ ਉਹਨੂੰ ਸੂਲੀ ਚੜ੍ਹ ਦੇਣਗੇ। ਕਈ ਐਸੇ ਦੋਸਤ ਹੈਗੇ ਆ जी, जी। ਕਿ ਅਗਰ ਤੁਸੀਂ ਉਹਨਾਂ ਨੂੰ ਕੁਛ ਗੱਲ ਕਰਦੇ ਹੋ, ਪਸਰ ਚੁੱਕ ਕੇ ਆਪਣੇ ਠੋਕ ਦਿੰਦੇ ਹੋ। ਤੇ ਇਸ ਚੀਜ਼ ਦਾ ਹੁਕਮ ਨਹੀਂ ਹੈਗਾ, अच्छा। ਮਾਰਨ ਦਾ ਹੁਕਮ ਨਹੀਂ ਹੈਗਾ। ਹਾਂ, ਅਗਰ ਤੁਹਾਨੂੰ ਉਹਦੇ ਕੋਲ ਪਰੇਸ਼ਾਨੀ ਛੱਡ ਕੇ ਗਾਂਹ ਚੱਲ ਜਾਓ। ਗਲੀਆਂ ਦੇ ਵਿੱਚ ਫਿਰਨ ਨਿਮਾਣੇ, ਲਾਲਾਂ ਦੇ ਵਣਜਾਰੇ ਹੋ। ਉਹ ਗਰੀਬ ਕਹਿ ਲਓ ਕਿ ਫੱਟਿਆਂ ਥੱਲੇ ਲੰਮਾ ਪਏ ਆ, ਧੱਕੇ ਖਾਂਦੇ ਫਿਰਦੇ ਆ, ਜਿਨ੍ਹਾਂ ਦੇ ਕੋਲ ਗੱਲ ਹੈਗੀ ਆ, ਤੇ ਜਿਨ੍ਹਾਂ ਦੇ ਕੋਲ ਗੱਲ ਨਹੀਂ ਹੈਗੀ ਉਹ ਚੌੜੇ ਹੋ ਕੇ ਤੁਰੇ ਫਿਰਦੇ ਆ। ਬਹੁਤ ਐਸੀਆਂ ਗੱਲਾਂ ਪੱਸੇ ਪਰਦਾ ਰਾਜ ਆ ਜੀ, ਜਿਹੜੇ ਕਿ ਨਹੀਂ ਖੋਲੇ ਜਾ ਸਕਦੇ। ਹਾਂ, ਤਨਹਾਈ ਦੇ ਵਿੱਚ ਚੰਦ ਗੱਲਾਂ ਐਸੀਆਂ ਹੁੰਦੀਆਂ ਜਿਹੜੀਆਂ ਤੁਸੀਂ ਕਰ ਲਓਗੇ। ਅਗਰ ਤੁਸੀਂ ਚਾਹੋ ਵੀ ਆਪਣੇ ਸਾਰੀਆਂ ਗੱਲਾਂ ਇਹਨਾਂ ਦੁਨੀਆ ਨੂੰ ਦੱਸੋ, ਨਹੀਂ, ਇਹਨਾਂ ਨੂੰ ਦੱਸਣ ਦੀ ਲੋੜ ਕੋਈ ਨਹੀਂ ਹੈਗੀ। ਇਹ ਨਹੀਂ ਮੰਨਦੇ ਕਿਸੇ ਦੀ। ਇਹ ਉਹ ਗੱਲ ਮੰਨਦੇ ਜਿਸ ਨਾਲ ਉਹਨਾਂ ਨੂੰ ਫਾਇਦਾ ਵਾ, ਜਿਹ 'ਚ ਨੁਕਸਾਨ ਆ ਉਹ ਨਹੀਂ ਮੰਨਦੇ। यानी इन्होंने अपने मतलब नु देखना, अपने ਆਪਣੇ फायदे नु देखना। ਮਤਲਬ ਦੇਖਣਾ ਵਾ, ਜਿਹਦੇ ਵਿੱਚ ਇਹਨਾਂ ਨੂੰ ਫਾਇਦਾ ਵਾ। ਨੁਕਸਾਨ ਵਾਲੇ ਪਾਸੇ ਨਹੀਂ ਜਾਂਦੇ। ਘਾਟੇ ਵਾਲੇ ਪਾਸੇ ਲੱਤ ਨਹੀਂ ਰੱਖਣੀ, ਲੱਤ ਉੱਥੇ ਰੱਖਣੀ ਜਿੱਥੇ ਇਹਨਾਂ ਨੂੰ ਫਾਇਦਾ। ਜਿੱਧਰ ਕੋਈ ਦੋ ਆਨੇ ਲੱਭਦੇ ਦੁਨੀਆ ਦਾ ਮਾਲੋ ਜ਼ਰ ਲੱਭਦਾ। ਮਾਲਕ ਨੇ ਦੇਖਿਆ ਕਿ ਮਹਿਰਮਾਨੀਆਂ ਨਾ ਬਣਾਓ, ਮਾਲੋ ਜ਼ਰ ਇਕੱਠਾ ਨਾ ਕਰੋ। जी, जी, बिल्कुल। ਇਹ ਕਿਹਦੀ ਮੰਨ ਕੇ ਕਰੀ ਜਾਂਦੇ ਆ, ਸਮਝੋ ਬਾਹਰ ਗੱਲ। ਅਗਰ ਸਾਹਿਬ ਇਲਮ ਆ, ਉਹ ਕੁਰਾਨ ਸ਼ਰੀਫ ਤੇ ਉਹਨੂੰ ਅਬੂਰ ਹਾਸਲ ਆ, ਤੇ ਉਹਨੂੰ ਚਾਹੀਦਾ ਅੱਲਾ ਦੀ ਗੱਲ ਮੰਨੇ, ਲੇਕਿਨ ਉਹਦੀ ਕੋਠੀ ਬੰਗਲੇ ਕਾਰਾਂ ਉਹਦੀ ਬਹੁਤੀਆਂ ਵਾ। बाबा जी इधर ना इस तरफ मुझे पता चला है ये सरहद की तरफ, वहाँ एक मौलवी साहब की जो है ना जी कोठी बन रही थी, बंगला बन रहा था। तो मैं हैरान हो गया सुन के कि एक टाइल जो है इटली से मंगवाई गई है, एक टाइल, और वो एक टाइल की कीमत है 37,000।
ਹੁਣ ਦੇਖੋ ਨਾ ਵੀ ਜਿਹੜੇ ਇਟਲੀ ਤੋਂ ਚੀਜ਼ਾਂ ਮੰਗਾ ਕੇ ਲਾਈਆਂ ਉਹਨਾਂ ਨੇ ਤਾਂ ਆਪਣੇ ਅੱਲਾ ਦੀ ਗੱਲ ਬਹੁਤ ਮੰਨੀ ਨਾ, ਮਹਿਲ ਬਣਾਉਣ ਡਿਆ ਅੱਲਾ ਦੀ ਗੱਲ ਮੰਨੀ ਹੋਈ ਨਾ ਉਹਨੇ ਫਿਰ। नहीं वो तो इनकार कर दिया ना, ਨਹੀਂ वो ਨਹੀਂ ਨਹੀਂ, दुनिया का माल इकट्ठा कर रहा है। ਉਹਨੂੰ ਆਪਣੇ ਅੱਲਾ ਦੀ ਗੱਲ ਨਾਲ ਗਰਜ ਨਹੀਂ ਹੈਗੀ। ਉਹਨੇ ਸਿਰਫ ਸੁਣ ਲਿਆ, ਸੁਣ ਕੇ ਉਹਨੇ ਕਿਹਾ ਵੀ ਦੱਬ ਰੱਖੋ ਕੰਮ ਨੂੰ, ਮਹੱਲ ਬਣਾਓ, ਇੱਥੇ ਰਹਿਣਾ ਉਹਨੇ, ਛੱਡ ਕੇ ਚਲੇ ਜਾਣੇ ਆ। ਸਰਕਾਰੇ ਦੋ ਆਲਮ ਦੇ ਕਹਿਣ ਤੇ ਹਰ ਕੰਮ ਹੁੰਦਾ ਸੀ, ਕਿਹੜੇ ਮਹੱਲ ਉਹਨਾਂ ਨੇ ਬਣਾਏ नहीं वो ਇੰਨੇ। वैसे देखने में तो वो बहुत बड़े मतलब मौलाना है, मैं नाम नहीं लेना चाहता ਨਹੀਂ ਜੀ, उसका। ਨਾਮ ਨਾਂ ਲੈਣ ਦੀ ਲੋੜ ਨਹੀਂ ਹੈਗੀ। हाँ जी, ਅਸੀਂ वो ਕੱਲ ਟੀਵੀ ਦੇਖਣ ਡਏ ਸੀਗੇ ਵੀ ਇੱਕ ਮੌਲਵੀ ਨੇ ਕੋਈ 2 ਦਰਜਨ ਤੋਂ ਜ਼ਿਆਦਾ ਸ਼ਾਦੀਆਂ ਕੀਤੀਆਂ ਹੋਈਆਂ। ਇੱਕ ਮੌਲਵੀ ਉਹਦੇ ਪਤੇ 50 ਦੇ ਲਾਗੇ ਨਿਆਣੇ, ਉਹਨੇ ਪਤੇ 11-12 ਸ਼ਾਦੀਆਂ ਕੀਤੀ। ਕਿਹਦੀ ਮਨ ਕੀ ਤਮਾਸ਼ਾ ਬਣਾਇਆ ਹੋਇਆ ਇਹਨਾਂ ਨੇ? ਇਹਨਾਂ ਨੂੰ ਹੋਰ ਕੋਈ ਕੰਮ ਨਹੀਂ ਹੈਗਾ। ਦੁਨੀਆ ਤੇ ਵੀ ਇਹੀ ਕੰਮ ਕਰਨਾ, ਜੰਨਤ ਜਾ ਕੇ पत्थर फूलन लेके भी यही काम करना है इन्होंने। जब ये कहा जाता है ना जी कि इमामुल अंबिया अलैहिस्सलाम की ज़ात अक़दस ने जो है ना जी सादगी के अंदर जिंदगी गुजारी, तो ये आगे से ये जवाब देते हैं जी उस वक्त ये सहूलियात मौजूद नहीं नहीं थी। ਕਿਹੜੀ ਸ਼ਹਿਰ ਦੀ ਸੀ ਉਦੋਂ ਹੈਗੀ, ਹਰ ਚੀਜ਼ ਸੀ। हाँ तो उसका हवाला है ना जी, कैसर और किसरा के शहनशाह उस वक्त भी रेशम के कपड़े पहन रहे थे। ਰੇਸ਼ਮ ਦੇ ਕੱਪੜੇ ਦੇਖੋ ਨਾ ਤੁਸੀਂ, ਇੰਨੀਆਂ ਇੰਨੀਆਂ ਕਦੀਮ ਇਮਾਰਤਾਂ ਬਣੀਆਂ ਹੋਈਆਂ ਫਰਾਉਨ ਦੀਆਂ, हाँ जी, ਉਹ ਅਕਲ ਅੱਜ ਨਹੀਂ ਬਣਾ ਸਕਦੇ, ਬਗੈਰ ਮਸ਼ੀਨ ਤੋਂ ਦਿਖਾਉਣਗੇ ਬਣਾ ਕੇ। हाँ उस तरह की चीजें ये आप बना भी नहीं सकते। ਸਵਾਲ ਹੀ ਇੰਨੀ ਸਹੂਲਤ ਹੋਣ ਦੇ ਬਾਵਜੂਦ ਇਹ ਬਣਾ ਨਹੀਂ ਸਕਦੇ, ਇਹਦਾ ਮਤਲਬ ਇਹ ਕੁਝ ਨਹੀਂ ਕਰ ਸਕਦੇ। ਜਿੰਨਾ ਸ਼ੌਰ ਸਮਝ ਉਦੋਂ ਸੀਗੀ, ਇਹਨਾਂ ਕੋਲ ਅੱਜ ਵੀ ਨਹੀਂ ਹੈਗੀ। ਐਸੇ ਐਸੇ ਕੰਮ ਕੀਤੇ ਹੋਏ ਅਕਲ ਤੋਂ ਬਾਹਰ ਆ ਵੀ ਅੱਜ ਕਿੱਦਾਂ ਉਹ ਲੋਕਾਂ ਨੇ ਬਣਾਏ ਹੋਣਗੇ। ਕੋਈ ਕਰੇਨ, ਕੋਈ ਮਸ਼ੀਨਰੀ, ਕੋਈ ਸ਼ਾਇਦ ਅੱਜ ਤੱਕ ਖੜੇ ਆ। ਇਹਨਾਂ ਦੀ ਬਿਲਡਿੰਗ ਬਣਾਈ ਛੇਤੀ ਲੰਮਾ ਪੈ ਜਾਂਦੀ ਹੈ, ਉਹ ਹਜ਼ਾਰਾਂ ਸਾਲਾਂ ਦੀ ਬਣੀ ਹੋਈ ਉਦੋਂ ਉੱਤੇ ਖੜੀ ਹੈ, बिल्कुल हजारों सालों में। ਉੱਤੇ ਖੜੀ ਹੈ। ਹੁਣ ਫਰਾਉਨ ਕਦੋਂ ਦਾ ਹੈਗਾ, ਦੇਖੋ ਕੀ ਕੁਝ ਬਣਾਇਆ ਉਹਨੇ, ਕੀ ਕੁਝ ਬਣਿਆ ਉਦੋਂ ਦਾ, ਤੇ ਅੱਜ ਬਣਾ ਕੇ ਦਿਖਾਉਣਾ ਉਦਾਂ ਚੀਜ਼ਾਂ। ਇਹ ਕੁਛ ਨਹੀਂ ਕਰ ਸਕਦੇ, ਇਹ ਸਿਰਫ ਗੱਲਾਂ ਕਰਦੇ ਆ, ਗੱਲਾਂ ਕਰਦੇ ਆਪਣੇ ਮਫਾਦ ਦੀ ਖਾਤਰ। ਉਹ ਲੋਕ ਯਾਦਾਂ ਛੱਡ ਕੇ ਗਏ। ਨਬੀਆਂ ਦੀਆਂ 1300 ਸਾਲ ਉਮਰ ਹੋਈ, 1350 ਹੋਈ, 900 ਸਾਲ ਹੋਈ, ਇੱਕ ਢਾਰੇ ਥੱਲੇ ਜ਼ਿੰਦਗੀ ਗੁਜ਼ਾਰੀ ਉਹਨਾਂ ਨੇ। हाँ जी, ਮਕਸਦ ਕੀ ਸੀ ਉਹਨਾਂ ਗੁਜ਼ਾਰਨ ਦਾ? ईसा अलैहिस्सलाम के बारे में भी मशहूर है जी कि उन्होंने सारी जिंदगी अपना घर नहीं बनाया। ਨਹੀਂ, ਜੇ ਛੱਡ ਕੇ ਜਾਣਾ ਤੇ ਕੀ ਕਰਨਾ ਬਣਾ ਕੇ ਜੀ? ਜਿਹੜੀ ਚੀਜ਼ ਨਾਲ ਲੈ ਕੇ ਜਾਣੀ ਆ ਉਹ ਕੰਮ ਨਹੀਂ ਕਰਦੇ, ਜਿਹੜੀ ਚੀਜ਼ ਛੱਡ ਕੇ ਜਾਣੀ ਹੈ ਉਹਦੇ ਦੁਆਲੇ ਹੋਏ ਆ। ਇਹ ਚੀਜ਼ ਇਹਨਾਂ ਨੂੰ ਤਕਲੀਫ ਦਿੰਦੀ ਆ। ਜਿਹੜੇ ਉਦੋਂ ਦੇ ਲੋਕ ਸੀ ਉਹਨਾਂ ਦਾ ਈਮਾਨ ਮਜ਼ਬੂਤ ਸੀ, ਉਹ ਅੱਲਾ ਦੀ ਗੱਲ ਮੰਨਦੇ ਸੀਗੇ ਵੀ ਨਹੀਂ ਬਣਾਉਣਾ ਭਾਈ, ਨਹੀਂ ਬਣਾਇਆ। ਇਹ ਕਹਿੰਦੇ ਵੀ ਅੱਲਾ ਦੀ ਗੱਲ ਮੰਨੋ, ਲੇਕਿਨ ਮੰਨਦੇ ਨਹੀਂ, ਬਣਾਈ ਤੁਰੇ ਜਾਂਦੇ। ਬਹੁਤ ਕੁਝ ਕਰਦੇ ਆ ਜੀ। ਇਹਨਾਂ ਨੂੰ ਕਿਹਨੇ ਸਮਝਾਉਣਾ? ਇਹਨਾਂ ਨੂੰ ਕੋਈ ਨਹੀਂ ਸਮਝਾ ਸਕਦਾ। ਇਹਨਾਂ ਕੋਲ ਆਪਣੇ ਕੋਲ ਅਕਲ ਬਹੁਤ ਆ, ਇਹ ਆਪਣੀ ਅਕਲ ਦੇ ਨਾਲ ਦਬ ਰੱਖਿਆ ਹੋਇਆ ਕੰਮ ਇਹਨਾਂ ਨੇ। ਅਸੀਂ ਤਾਂ ਉਸ ਮੌਲਵੀ ਦੀ ਗੱਲ ਸੁਣ ਕੇ ਹੈਰਾਨ ਆ ਵੀ 4 ਸ਼ਾਦੀਆਂ ਦੀ ਇਜਾਜ਼ਤ ਆ, अरे वो 11-12 की थी। 11-12 ਕੀਤੀਆਂ ਹੋਈਆਂ, ਸਾਰਿਆਂ ਦੇ ਬੱਚੇ ਉਹਦੇ सही। ਆ ਟੀਵੀ ਦੇ ਉੱਤੇ ਦਿਖਾਉਂਦੇ ਆ ਵੀ ਸਾਰਿਆਂ ਦੇ ਬੱਚੇ ਆ, ਵੀ ਗੌਰਮੈਂਟ ਦਾ ਕੰਮ ਹੈ ਵੀ ਸਾਰੇ ਪੱਧੇ ਖਿਲਾ ਕੇ ਛੋੜ ਕਰਦੇ ਨੇ ਵੀ ਤੂੰ ਤੇ ਪਾਸੇ ਹੋ, ਤੂੰ ਤਮਾਸ਼ਾ ਬਣਾਇਆ ਤਾਂ ਕਿ ਦੂਜੇ ਦੀ ਪ੍ਰਤ ਅਸਰ ਹੋਵੇ। ਇਹ ਐਸਾ ਕੰਮ ਨਹੀਂ ਕਰਦੇ। ਅਗਰ ਆਪਣੇ ਮੌਲਵੀ ਠੀਕ ਹੋ ਜਾਣਾ ਜੀ, ਦੀਨ ਫੈਲਾਉਣੇ ਵਾਲਾ, ਦੀਨ ਤੇ ਸਹੀ ਚੱਲੇ, सही। ਹਰ ਕੰਮ ਠੀਕ ਹੋ ਜਾਂਦਾ। ਕਦੀ ਸਾਦੀਆਂ ਬਚਤ ਤੁਸੀਂ ਕਰਨ ਦਾ ਹੁਕਮ ਆ, ਇਹਨੂੰ ਵਧਾਓ ਤਾਂ ਕਿ ਤੁਹਾਡੇ ਕੱਲ ਨੂੰ ਬੱਚੇ ਹੋਣੇ, ਉਹਨਾਂ ਨੇ ਵੀ ਆਉਣਾ, ਉਹਨਾਂ ਦੇ ਗਾਂ ਬੱਚੇ ਹੋਣੇ, ਉਹਨਾਂ ਨੇ ਵੀ ਆਉਣਾ। ਜੇ ਨਿੱਕੀ ਦੀ ਸਾਂਝ ਸੋਹਣੀ ਬਣਾ, ਟੈਲਾਂ ਲਾ, ਏਸੀ ਲਾ, ਕਲੀਨ ਵਿਛਾਏ, ਮੁੜ ਕੇ ਤਾਲੇ ਰੱਬ ਦੇ ਘਰ ਤਾਲੇ ਮਾਰੇ, ਇਹਨਾਂ ਚੀਜ਼ਾਂ ਨਹੀਂ ਹੁੰਦੀਆਂ। ਸਾਦੀਆਂ ਸਫਾਂ ਦੀ ਪਈਆਂ, ਖੁੱਲੇ ਦਰਵਾਜ਼ੇ, ਜਿੱਦਾਂ ਮਰਜ਼ੀ ਕੋ ਆਵੇ, ਜਿੱਦਾਂ ਮਰਜ਼ੀ ਜਾਵੇ। ਇੱਕ ਇਬਾਦਤ ਕਰਨੀ ਹੈ, ਉਹ ਵੀ ਉਹਦੇ ਵਾਸਤੇ ਵੀ ਏਸੀ ਚਾਹੀਦਾ, ਥੱਲੇ ਕਲੀਨ ਚਾਹੀਦਾ, ਕਰਨੀ ਇਬਾਦਤ ਆ। ਸਮਝ ਤੋਂ ਬਾਹਰ ਇਹਨਾਂ ਦੀ ਇਬਾਦਤ ਆ ਜੀ, ਕਿ ਕਿਹੜੀ ਇਹਨਾਂ ਨੇ ਇਬਾਦਤ ਕਰਨੀ ਆ ਤੇ ਕਿਹਦਾ ਨਾਂ ਲੈਣ ਦੇ, ਉਹਦੀ ਕੋਈ ਗੱਲ ਮੰਨਦੇ ਹੈ ਕੋਈ ਨਹੀਂ, ਲੇਕਿਨ ਦੁਆਲੇ ਹੋਏ ਆ। वो एक बुजुर्गों से मैंने सुना है जी, वो कह रहे थे जी कि पिछले जमाने में ना जो थी ना मस्जिदें वो कच्ची थी लेकिन ईमान पक्के थे। ईमान मजबूत सी, ਤੁਸੀਂ आज मस्जिदें पक्की हैं और ईमान कच्चा। ईमान ਹੈ ਨਹੀਂ। ਅਗਰ ਈਮਾਨ ਹੁੰਦਾ ਤੇ 5 ਮਰਲੇ ਦੀ ਮਸਜਿਦ ਅਗਰ ਰੱਬੇ ਨੇ ਬਣਾਈ ਸੀ ਤੇ ਕੱਲ ਨੂੰ ਉਹਦੇ ਬੇਟੇ ਹੋਣ ਤੱਕ ਜੀ ਵਧੇ ਸੀ, ਨਮਾਜ਼ੀ ਵਧੇ ਸੀ, ਉਹ 10 ਮਰਲੇ ਹੋਣੀ ਚਾਹੀਦੀ ਸੀ। ਤੁਸੀਂ ਬੜੀ ਕਰੋ ਤਾਂ ਕਿ ਆਵਾਮ ਵਧੀ ਜਾਣੀ, ਉਹਨੂੰ ਵੱਡੀ ਕਰੋ।
ਥਾਂ ਥਾਂ ਤੇ ਮਸਜਿਦ ਆ, ਲੇਕਿਨ ਨਮਾਜ਼ੀ ਕੋਈ ਨਹੀਂ। ਮਸਜਿਦਾਂ ਖਾਲੀ ਪਈਆਂ, नमाजी कोई नहीं हैगा। और ज्यादा खर्च जो है ना जी उसकी आराइश के ऊपर किया जाता है। इसलिए करते भी नेकी का काम है। हाँ, हालांकि चाहिए ये था कि वो मतलब हर वक्त खुली रहे सारा सिस्टम। जितना मर्जी को आवे जावे, ना उससे पखा लगा होवे, ना चोरी डर होवे, साफ पई है, किसी ने चौके नहीं ले जानी। लेकिन एक कलीन विछाते, पखे लाउंदे, एसी लाउंदे, फिर ताला मार देंदे, फिर ताला मार देते, ला के ले जांदे। किसी को इबादत की सहूलत ही खत्म। कोई सहूलत नहीं, रब दे घर नूं ताला वज्जा होया। अब तो पहले ये होता था जी कि कोई दरवेश बुजुर्ग कोई सफर करते हुए एक शहर से दूसरे शहर जा रहे हैं ना, तो वो रात को ठिकाना मस्जिद में कर लेते। ਅਸੀਂ ਖੁਦ ਮਸਜਿਦ ਟਿਕਾਣਾ ਕਰਦੇ ਹਾਂ ਜੀ, ਤੇ ਮਸਜਿਦ ਦੇ ਵਿੱਚ ਕਹ ਲਓ ਕਿ ਜਿੱਥੇ ਵੀ ਜਾ ਕੇ ਕਲੂਰ ਕੋਟ ਵਾਲੀ ਸਾਈਡ ਤੇ ਨਾ ਜਦੋਂ ਰਹੇ ਆ, ਮਸਜਿਦ ਦੀ ਦੇਖੀ, ਉੱਥੇ ਆਰਾਮ ਕੀਤਾ, ਕੋਈ ਨਾ ਕੋਈ ਨਮਾਜ਼ੀ ਆਇਆ ਤੇ ਉਹਨੇ ਦੇਖਿਆ ਵੀ ਆਪਣੇ ਮੁਸਾਫਰ ਆਏ, ਉਹਨੇ ਘਰੋਂ ਜਾ ਕੇ ਲੰਗਰ ਭੇਜਿਆ, ਤੇ ਰੱਬ ਦੇ ਘਰ ਮੁਸਾਫਰ ਬੈਠਾ ਤੇ ਉਹਨੂੰ ਲੰਗਰ ਦਿਆ। ਸਹੀ। ਤੇ ਹੁਣ ਇਹ ਪੋਜੀਸ਼ਨ ਹੁੰਦੀ ਹੈ ਕਿ ਉਹ मतलब उसको मस्जिद को ही ताला लगा दिया जाता है, ਦਰਵਾਜ਼ੇ ਅੱਗੇ ਨਹੀਂ ਬਹਿਣ ਦਿੰਦੇ। ਅਗਰ ਬਾਹਰ ਤੁਸੀਂ ਬਹਿ ਗਏ ਹੋ ਨਾ ਰੱਬ ਦੇ ਘਰ ਦੇ ਉੱਤੇ, ਵੀ ਰੱਬ ਦਾ ਘਰ ਆ, ਚਲੋ ਇੱਥੇ ਰੱਬ ਦੇ ਘਰ ਕੋ ਆਰਾਮ ਕਰ ਲੈਣੇ, ਉੱਥੇ ਮੌਲਵੀ ਸਾਹਿਬ ਨੇ ਬਹਿਣ ਦਿੰਦੇ, ਕਹਿੰਦੇ ਉੱਠੋ ਇੱਥੋਂ, ਗੰਦਗੀ ਫੈਲਾਈ ਆ, ਤੁਹਾਡੇ ਕੋਲ ਸਮੈਲ ਆਉਂਦੀ ਆ, ਕਿਉਂਕਿ ਆਪ ਸਾਫ ਸੁਥਰਾ ਹੁੰਦਾ ਨਾ, ਆਪ ਖੁਸ਼ਬੂਆਂ ਲਾਈਆਂ ਹੁੰਦੀਆਂ, ਤੇ ਦਰਵੇਸ਼ ਦੇ ਕੋਲੋਂ ਸਮੈਲ ਹੀ ਆਉਣੀ, ਹੋਰ ਕੀ ਆਉਣਾ। जब बाबा जी मैं आपके पास बैठा हूँ तो मुझे तो कोई स्मेल नहीं आई, मुझे तो ਨਹੀਂ कोई ਜੀ, महसूस नहीं हुआ। ਤੁਹਾਨੂੰ ਨਹੀਂ ਨਾ ਆਉਂਦੀ ਹੈਗੀ, ਕਿ ਜਿਹੜੇ ਸੁਸਣ ਉੱਚੀ ਕੀਤੀ ਆ, ਲੰਬੀਆਂ ਦਾੜੀਆਂ, ਉਹਨਾਂ ਨੂੰ ਆਉਂਦੀ ਹੈ, अच्छा। ਤੁਹਾਨੂੰ ਨਹੀਂ ਆਉਂਦੀ ਹੈਗੀ। नहीं मतलब अब मैं कई ऐसे बुजुर्गों के पास दरवेशों के पास जाके बैठा हूँ कि वो मतलब 3-3 साल तक उन्होंने कपड़े ही नहीं तब्दील किए, तो ऐसे ही गुलाब की खुशबू जैसे यहाँ से आ रही है तो गुलाब की खुशबू ही आती रहती ਕਿ ਉਹ ਈਮਾਨ ਦੀ ਖੁਸ਼ਬੂ ਹੁੰਦੀ ਆ, ਉਹਨਾਂ ਦਾ ਮਨ ਸਾਫ਼ ਹੁੰਦਾ। है। हाँ, बज़ाहिर उन्होंने कोई वो इत्र भी नहीं लगाया हुआ होता, मतलब इस तरह। अभी ये जिंदा मिसाल है, मैं आपके पास बैठा हूँ तो मुझे तो कोई बदबू नहीं आ तन रही है। सफा, मन सफा, कौले मुहम्मद मुस्तफा। सुभान अल्लाह। तन ते मन, ਜਦੋਂ ਮਨ ਸਾਫ਼ ਹੋ ਗਿਆ, ਤਨ ਆਪੇ ਸਾਫ਼ ਹੋ ਗਿਆ। ਜਦੋਂ ਇਹਨਾਂ ਦਾ ਮਨ ਹੀ ਅੰਦਰੋਂ ਪਲੀਤ ਰਹਿਣਾ, ਤੇ ਤਨ ਨੂੰ ਕੀ ਕਰਨਾ ਇਹਨਾਂ ਨੇ ਸਾਫ਼ ਕਰ ਕਰਕੇ। ਮਾਰਫਤ ਦੇ ਵਿੱਚ ਲਿਖਿਆ ਹੋਇਆ ਇੱਕ ਜਗ੍ਹਾ ਤੇ ਆਉਂਦਾ ਵਾ ਜੀ, ਵੀ ਖੂਹ ਪਲੀਤ ਤੇ ਆਲੀ ਨੂੰ ਪਾਕ ਰੱਖਦਾ ਹੈ। ਲੰਬੀ ਮਸਵਾਕ ਪਾ ਕੇ ਰੱਖਦਾ ਵਾ, ਤੇ ਖੂਹ ਪਲੀਤ ਆ, ਆਲੀ ਪਾਕ, ਆਲੀ ਨੂੰ ਪਾਕ ਕਰਦਾ। ਇਹ ਤਮਾਸ਼ਾ ਬਣਾਇਆ ਹੋਇਆ ਇਹਨਾਂ सही है। यानी अंदर नापाकी है ਨੇ। ਤੇ ਬਾਹਰ ਮਾਲ ਵਾਲ ਧੋਂਦਾ, जबान से जो है ना जी वो ਮਾਲ ਵਾਲਾ ਇਧਰੋਂ ਮਾਲ, ਇਧਰੋਂ ਮਾਲ, ਇਧਰੋਂ ਮਾਲ, ਮਾਲ ਮਾਲ ਕੇ ਧੋਂਦਾ। जैसे सुल्तानुल आरिफीन कुरान अल वासिरीन रहमतुल्लाह अलैह बोले, आपने फरमाया अरकां गिट्टे मल मल धोवे तेरे मनो न गई ਤੇ ਅੰਦਰੋਂ ਪਲੀਤੀ ਮਕਾਉਣ ਦੀ ਲੋੜ ਆ, ਬਾਕੀ ਬਾਹਰ ਦੀ ਪਲੀਤੀ ਦੀ ਜਿਹੜੀ ਹੈ ਨਾ, ਇਹ ਨੇ। सही। ਅੰਦਰੋਂ ਸਾਫ਼ ਹੋਵੇ, ਕਿਸੇ ਨਾਲ ਜ਼ੁਲਮ ਨਾ ਕਰੇ, ਰਹਿਮ ਕਰੇ, ਜਿਹੜਾ ਵੀ ਆਵੇ ਰਹਿਮ ਕਰੇ। ਉਹਦੀ ਮਖਲੂਕ 18,000 ਮਖਲੂਕ ਆ, ਉਹ ਤੇ ਰਹਿਮ ਕਰੇ, ਲੇਕਿਨ ਰਹਿਮ ਨਹੀਂ ਕਰਦਾ, ਜ਼ੁਲਮ ਕਰਦਾ। ਅਸੀਂ ਪਹਿਲਾਂ ਬਹੁਤ ਰੋਂਦੇ ਸੀਗੇ, जी ਦੇਖਦੇ ਸੀ ਨਾ ਜਦੋਂ ਜ਼ੁਲਮ ਕਰਦੇ ਰੋਂਦੇ ਹੁੰਦੇ ਸੀਗੇ, ਲੇਕਿਨ ਹੁਣ ਤੇ ਕੱਲ ਫਿਰ ਆਪਾਂ ਰੋਣਾ ਵੀ ਨਹੀਂ ਆਉਂਦਾ ਹੈਗਾ। ਨਹੀਂ ਤੇ ਗੱਲ ਬਾਅਦ ਚ ਹੁੰਦੀ ਸੀ, ਪਹਿਲਾਂ ਰੋਣਾ ਆ ਜਾਂਦਾ ਸੀ, ਮਾਲਕ ਇਹ ਕੀ ਕਰਨ ਰਹੇ ਆ। ਲੇਕਿਨ ਮਾਲਕ ਦਾ ਟਾਈਮ ਟੇਬਲ, ਉਹਨੇ ਟਾਈਮ ਟੇਬਲ ਪੂਰਾ ਕਰਨਾ। 70,000 ਸਾਲ ਇਹ ਟਾਈਮ ਟੇਬਲ ਇਹਨੇ ਪੂਰਾ ਆਪਣੇ ਕਰਕੇ 1400 ਆਪਣੇ ਉੱਤੇ ਜਾ ਰਹੇ ਆ, 1500 ਤੱਕ ਆਪਣੇ ਜਾਣਾ। ਉੱਥੇ ਜਾ ਕੇ ਇਹਨਾਂ ਨੇ ਆਪਣੀ ਛੁੱਲੀਆਂ ਬਣਾਈਆਂ, ਇਹਨਾਂ ਦੇ ਆਪੇ ਚੱਲ ਜਾਣੀ, ਆਪੇ ਦੀ ਐਂਡ ਹੋ ਜਾਣਾ। ਹੁਣ ਨਵੇਂ ਬੱਚੇ ਤਾਕਤ ਨਹੀਂ ਹੈਗੇ। हाँ जी, बड़ी बड़ी ये ਆਪਣੇ ਜਿਹਨੂੰ ਦੇਖੋ ਆ ਮੋਬਾਈਲ ਉਹਦੇ ਹੱਥ 'ਚ ਚੱਲ ਆਰੇ ਲੱਗਾ, ਜਿਹਨੂੰ ਦੇਖੋ ਕੋਈ ਵਿਹਲਾ ਨਹੀਂ। ਇਹ ਉਂਗਲਾਂ ਫੇਰੀ ਜਾਂਦੇ ਲੱਗੇ, ਖਬਰੇ ਕੀ ਦੇਖਦੇ ਹੋ, ਨਾ ਅੰਮੀ ਦੀ ਪਰਵਾਹ ਨਾ ਅੱਬੇ ਦੀ ਪਰਵਾਹ ਵਾ। ਇੱਕ ਇਹਨਾਂ ਨੇ ਬਹੁਤ ਗਲਤ ਕੰਮ ਕੀਤਾ ਜੀ, ਇੰਨਾ ਗਲਤ ਕੰਮ ਕੀਤਾ ਜਿਹੜਾ ਪਹਿਲਾਂ ਨਹੀਂ ਸੀਗਾ। ਪਹਿਲਾਂ ਅੰਮੀ ਸੀ, ਅੱਬਾ ਸੀ, ਤਾਇਆ ਸੀ, ਚਾਚਾ ਸੀ। ਹੁਣ ਨਾ ਤਾਇਆ ਰਿਹਾ, ਨਾ ਚਾਚਾ ਰਿਹਾ, ਅੰਕਲ ਆ ਜਿਹਦਾ ਕੋਈ ਮਾਨੇ ਨਹੀਂ, ਮੰਮੀ ਆ ਜਿਹਦਾ ਕੋਈ ਮਾਨਾ ਨਹੀਂ, ਪੱਪਾ ਵਾ ਕੋਈ ਮਾਨਾ ਨਹੀਂ ਉਹਦਾ। ਅੱਬਾ ਕਹੇ ਅੱਬੇ ਨੇ ਬੋਲਣਾ ਸੀ, ਚਾਚੇ ਨੇ ਕਿਹਾ ਚਾਚੇ ਨੇ ਬੋਲਣਾ ਸੀ, ਤਾਏ ਨੇ ਕਿਹਾ ਤਾਏ ਨੇ ਬੋਲਣਾ ਸੀ। ਹੁਣ ਕੋਈ ਨਹੀਂ ਰਿਹਾ, ਸਾਰੇ ਅੰਕਲ ਮੰਕਲ ਸ਼ੰਕਲ ਹੋ ਗਏ। सही। ਲਫ਼ਜ਼ਾਂ ਦੇ ਨਾਲ ਆ ਨਾ, ਲਫ਼ਜ਼ਾਂ ਦੇ ਨਾਲ ਸਾਰੇ ਕੰਮ ਹੁੰਦੇ ਆ। ਮੂੰਹ ਚੋਂ ਲਫ਼ਜ਼ ਹੀ ਬੋਲਣੇ, ਇਹਨਾਂ ਨੇ ਸਾਰੇ ਕੰਮ ਹੋਣੇ ਆ। ਇਹ ਲਫ਼ਜ਼ ਇਦਾਂ ਦੇ ਬੋਲੀ ਜਾਂਦੇ ਜਿਹਨਾਂ ਦੇ ਕੋਈ ਮਾਨੇ ਨਹੀਂ ਹੈਗੇ। वो कहते हैं जी हम तरक्की कर रहे हैं। ਇਹ ਇਹੋ ਜਿਹੀ ਤਰੱਕੀ ਦੀ ਲੋੜ ਨਹੀਂ ਹੈਗੀ। ਤਾਲੀਮ ਜਿਹੜੀ ਹੈ ਨਾ ਜੀ, ਤਾਲੀਮ ਨੇ ਬੇੜੀ ਗਰਕ ਕੀਤੀ।
ਹਾਲਾਂਕਿ ਤਾਲੀਮ ਨੂੰ ਸ਼ਊਰ ਆਉਣਾ ਚਾਹੀਦਾ ਸੀ ਇਹਨਾਂ ਨੂੰ ਇੰਨਾ ਕੁ ਸ਼ਊਰ ਆਇਆ ਕਿ ਕੋਈ ਨਹੀਂ ਪੁੱਛਦਾ ਕਿ ਕੌਣ ਹੈਗਾ ਤੇ ਕੌਣ ਨਹੀਂ ਹੈਗਾ, ਭੱਜੇ ਫਿਰਦੇ ਆ। ਇਸ ਇਲਮ ਨੇ ਤਾਲੀਮ ਨੇ ਬੇੜੀ ਕਰ